ਵਿੱਚ ਟਹਿਕਣ ਵਾਲਾ ਇੱਕ ਨਵਾਂ ਫੁੱਲ, ਜਿਸ ਦੀ ਆਮਦ ਇਹ ਸਾਬਤ ਕਰਦੀ ਹੈ ਕਿ ਉਦਾਸ ਰੁੱਤ ਕੋਈ ਨਹੀਂ ਹੁੰਦੀ। ਮੇਰੀ ਮੁਰਾਦ ਡਾਕਟਰ ਸੰਦੀਪ ਸ਼ਰਮਾ ਤੇ ਕਾਵ ਜਗਤ ਦੇ ਵਿੱਚ ਆਈ ਕਿਤਾਬ ਉਹ ਸਾਂਭਣਾ ਜਾਣਦੀ ਮੈਨੂੰ। ਆਓ ਆਪਾਂ ਰੂਬਰੂ ਹੁੰਨੇ ਹਾਂ ਅੱਜ ਉਸ ਕਵੀ ਦੇ ਜੋ ਬੜੀ ਅਪਣੱਤ ਭਰੀ ਸ਼ਖਸੀਅਤ ਹੈ, ਜਿਸ ਦੀ ਰਚਨਾ ਦੀ ਅਪਣੱਤ, ਜਿਸ ਦੀ ਸ਼ਖਸੀਅਤ ਦੀ ਅਪਣੱਤ ਬਿਲਕੁਲ ਮਾਂ ਬੋਲੀ ਪੰਜਾਬੀ ਨਾਲ ਵਰਸਾਈ ਹੋਈ ਹੈ। ਪਤਾ ਲੱਗਦਾ ਹੈ ਕਿ ਉਸ ਨੂੰ ਸੱਚਮੁੱਚ ਹੀ ਮਾਂ ਬੋਲੀ ਗੁੜਤੀ ਦੇ ਵਿੱਚ ਮਿਲੀ ਹੋਏਗੀ। ਆਓ ਗੱਲ ਕਰਦੇ ਹਾਂ ਡਾਕਟਰ ਸੰਦੀਪ ਸ਼ਰਮਾ ਦੇ ਨਾਲ, ਜੋ ਅੱਜ ਕੱਲ੍ਹ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਅਫਸਰ ਹਨ। ਇੱਦਾਂ ਵੀ ਨਹੀਂ ਕਿ ਪਹਿਲਾਂ ਮੋੜੇ ਪੰਨੇ ਤੋਂ ਅਗਾਂਹ ਪੜ੍ਹਨ ਲੱਗ ਜਾਵਾਂ, ਹਰ ਵਾਰ ਤੈਨੂੰ ਮੁੱਢ ਤੋਂ ਹੀ ਪੜ੍ਹਦਾ ਹਾਂ ਨਵੇਂ ਅਰਥਾਂ ਨਾਲ, ਤੇ ਇੱਕ ਹੋਰ ਪੰਨਾ ਮੋੜ ਦਿੰਦਾ ਹਾਂ। ਪੇਸ਼ ਹਨ ਕੁਝ ਝਲਕਾਂ ਇਸ ਅਪਣੱਤ ਭਰੀ ਮਿਲਣੀ ਦੀਆਂ। LDD TV ਵੱਲੋਂ ਗੱਲਬਾਤ ਕੀਤੀ ਗਈ ਸੰਦੀਪ ਸ਼ਰਮਾ ਜੀ ਦੇ ਨਾਲ। ਆਓ ਤੁਸੀਂ ਵੀ ਸੁਣੋ ਅਸੀਂ ਕਿਹੋ ਜਿਹੀਆਂ ਗੱਲਾਂ ਕੀਤੀਆਂ, ਕੀ ਗੱਲਾਂ ਕੀਤੀਆਂ। ਜਗਰਾਵਾਂ ਨੇੜੇ ਇੱਕ ਪਿੰਡ ਤੋਂ ਇੱਕ ਮੁੰਡਾ ਆਇਆ, 3 ਜਾਣੇ ਸੀਗੇ, ਉਹ ਵੀ ਮੁੰਡਾ ਜਾਣ ਸੀ ਆਪ ਵੀ ਜੀ। ਉਹਨੇ ਮਤਲਬ ਕਿਤਾਬਾਂ ਇੱਥੇ ਚੇਤਨਾ ਵਾਲੇ ਦੇ ਆਇਆ, ਤੇ ਚੇਤਨਾ ਵਾਲੇ ਤੋਂ ਉਹਨੂੰ ਦੇਖਦਾ ਇੱਧਰ ਆ ਗਿਆ, ਤੇ ਉਹਨੇ ਜਦੋਂ ਕਿਤਾਬਾਂ ਦੇਖੀਆਂ ਬੜਾ ਖੁਸ਼ ਹੋਇਆ। ਉਹ ਮੁੰਡਾ ਪਿਛਲੇ 10 ਸਾਲਾਂ ਤੋਂ ਕੈਨੇਡਾ ਦੇ ਵਿੱਚ ਸੈਟਲ ਆ, ਤੇ ਇੱਧਰੋਂ BTech ਕਰਕੇ ਗਿਆ ਸੀਗਾ। BTech ਨਹੀਂ, ਸੌਰੀ, BSc ਐਗਰੀਕਲਚਰ, ਤੇ MSc 'ਚ ਇਹਨੇ ਦਾਖਲਾ ਲਿੱਤਾ। ਉਦੋਂ ਬਾਅਦ ਉੱਧਰ ਚਲੇ ਗਿਆ, ਤੇ ਉਹ ਮਤਲਬ ਉਸ ਬੰਦੇ ਦਾ ਕਿਤਾਬਾਂ ਨਾਲ ਜੋ ਸੰਬੰਧ ਆ, ਉਹ ਕਹਿੰਦਾ ਮੈਨੂੰ 70 ਕਿਲੋ ਉਸ ਵੇਲੇ ਲੈ ਕੇ ਜਾਣ ਦਾ ਸੀਗਾ। ਅੱਛਾ ਜੀ। ਕਹਿੰਦਾ 24.5 ਕਿਲੋ ਕਿਤਾਬਾਂ ਸੀ ਮੇਰੇ ਕੋਲ ਜਦੋਂ ਪਹਿਲੀ ਵਾਰ ਗਿਆ। ਤੇ ਇਸ ਵਾਰ ਜਦੋਂ ਉਹਨੂੰ ਕਿਤਾਬਾਂ ਦਿਖਾਈਆਂ, ਉਹ ਜ਼ਿਆਦਾ ਹਿਸਟਰੀ, ਇਤਿਹਾਸ ਦੀਆਂ ਕਿਤਾਬਾਂ ਦਾ ਪਾਠਕ ਸੀਗਾ। ਹਾਂਜੀ। ਤੇ ਉਹ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਦੇਖ ਕੇ ਇੰਨਾ ਖੁਸ਼ ਹੋਇਆ, ਤੇ ਉਹ ਕਿੰਨੀ ਕਿਤਾਬਾਂ ਸਾਡੇ ਕੋਲੋਂ ਲੈ ਗਿਆ। ਤੇ ਕਹਿੰਦਾ ਜੇ ਮੈਂ ਨਾ ਲੈ ਕੇ ਜਾ ਸਕਿਆ ਸਾਰੀਆਂ ਦੀਆਂ ਸਾਰੀਆਂ, ਤਾਂ ਮੈਂ ਆਪਣੇ ਘਰ ਰੱਖ ਕੇ ਜਾਵਾਂ ਤਾਂ ਕਿ ਹੋਰ ਲੋਕ ਪੜ੍ਹਨ ਨਾ। ਸੋ ਉਹਦਾ ਵੀ ਮੈਂ ਸੰਪਰਕ ਲਿੱਤਾ, ਉਹ ਸਾਡਾ ਸੰਪਰਕ ਲੈ ਕੇ ਗਿਆ ਹਨਾ। ਉੱਥੇ ਜਾ ਕੇ ਉਹਨੇ ਮੈਸੇਜ ਕੀਤਾ ਵੀ ਕਿਤਾਬਾਂ ਮੈਂ ਸਾਰੀਆਂ ਲੈ ਗਿਆ ਉੱਥੇ। ਸੋ ਇਸ ਤਰ੍ਹਾਂ ਦੇ ਹੁਣ ਅਨੁਭਵ ਹੋ ਰਹੇ ਨੇ, ਤੇ ਇਸ ਤਰੀਕੇ ਸੰਪਰਕ ਜਿਹੜਾ ਹੈਗਾ ਉਹ ਲੋਕਾਂ ਨਾਲ ਸਥਾਪਿਤ ਕਰਨ ਦਾ ਯਤਨ ਜਿਹੜਾ ਉਹ ਕੀਤਾ ਜੀ। ਦੇਖੋ ਆਹ ਕੁਝ ਨਾ ਸਰਵੇਖਣ ਪੁਸਤਕਾਂ ਨੇ। ਹਾਂਜੀ। ਜਿਵੇਂ ਸ਼੍ਰੀ ਅਨੰਦਪੁਰ ਸਾਹਿਬ ਬਾਰੇ ਆ, ਸੁਲਤਾਨਪੁਰ ਲੋਧੀ ਬਾਰੇ, ਬਟਾਲੇ ਬਾਰੇ ਹਨਾ। ਇਹ ਭਾਸ਼ਾ ਵਿਭਾਗ ਦੇ ਸਰਵੇਖਣ ਕਿਤਾਬਾਂ ਨੇ ਹਨਾ। ਤੇ ਇਹ ਫ੍ਰੀ ਆਫ ਕਾਸਟ ਜਿਹੜੀਆਂ ਨੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਹਨਾ। ਇਹ ਕਿੰਨਾ ਲਈ ਜੀ, ਕਿੰਨਾ ਨੂੰ ਫ੍ਰੀ ਆਫ ਕਾਸਟ ਦਿੰਦੇ ਆ? ਵੈਸੇ ਤਾਂ ਮਤਲਬ ਜਿਹੜਾ ਸਾਡਾ ਕੋਈ ਰੈਗੂਲਰ ਪਾਠਕ ਵੀ ਜੁੜਿਆ ਭਾਸ਼ਾ ਵਿਭਾਗ ਨਾਲ, ਅਦਰਵਾਈਜ਼ ਮਤਲਬ ਇਹੋ ਜਿਹੀ ਕੋਈ ਬੰਦਿਸ਼ ਨਹੀਂ ਵੀ ਕਿਹਨੂੰ ਦੇਣੀਆਂ ਤੇ ਕਿਹਨੂੰ ਨਹੀਂ ਦੇਣੀਆਂ। ਇਹ ਕਿਸੇ ਵੀ ਮਤਲਬ ਭਾਸ਼ਾ ਪ੍ਰੇਮੀ ਨੂੰ, ਸਾਹਿਤ ਪ੍ਰੇਮੀ ਨੂੰ ਦਿੱਤੀ ਜਾ ਸਕਦੀ ਆ। ਹੁਣ ਪਿੱਛੇ ਕੁਝ ਬੰਦਿਆਂ ਨੂੰ ਦਿੱਤੀਆਂ ਜਿਨ੍ਹਾਂ ਨੂੰ ਉਹਨਾਂ ਦੇ ਫੀਡਬੈਕ ਬੜੀ ਵਧੀਆ ਆਈ ਆ। ਅੱਛਾ ਜੀ। ਉਹਨਾਂ ਨੇ ਬਕਾਇਦਾ ਜਿਵੇਂ ਕਿਸੇ ਨੇ 1-2 ਪੜ੍ਹੇ ਨੇ ਇਹਦੇ ਵਿੱਚੋਂ, ਤੇ ਉਹਨਾਂ ਨੇ ਚੰਗੀ ਫੀਡਬੈਕ ਵੀ ਦਿੱਤੀ ਆ ਵੀ ਭਾਸ਼ਾ ਵਿਭਾਗ ਦਾ ਕੰਮ ਇਹ ਬੜਾ ਮਤਲਬ ਕਾਬਲੇ ਤਾਰੀਫ ਆ। ਤੇ ਪਰ ਗੱਲ ਉਹੀ ਆ, ਥੋੜ੍ਹੀ ਜਿਹੀ ਸਮੱਸਿਆ ਆ ਗਈ ਇੰਨੀ ਗਾ ਵੀ ਘੱਟ ਲੋਕਾਂ ਨੂੰ ਪਤਾ। ਜਦੋਂ ਇਹ ਦਿੱਤੀਆਂ ਕਿਤਾਬਾਂ ਤਾਂ ਉਹ ਵੀ ਬੜੇ ਹੈਰਾਨ ਹੋਏ ਲੋਕ ਹਨਾ। ਤੇ ਤੁਸੀਂ ਇਹਦਾ ਫੀਡਬੈਕ ਲੈਣ ਦਾ ਕੋਈ ਬਣਾ ਰਹੇ ਹੋ ਇਸ ਤਰ੍ਹਾਂ ਦਾ ਪਲਾਨ? ਮੈਂ ਇਹ ਕੀਤਾ ਵੀ ਮੈਂ ਜਿਹੜਾ ਵੀ ਸਾਡੇ ਕੋਲ ਵਿਜ਼ਿਟ ਕਰਦਾ, ਚਾਹੇ ਕੋਈ ਬੰਦਾ ਕਿਤਾਬ ਲੈ ਕੇ ਜਾਂਦਾ ਨਹੀਂ ਲੈ ਕੇ ਜਾਂਦਾ, ਮੈਂ ਉਹਦੀ ਡਿਟੇਲ ਰੱਖਣੀ ਸ਼ੁਰੂ ਕੀਤੀ ਹੈ ਇੱਕ ਹਨਾ ਜੀ। ਤੇ ਉਹਦਾ ਨਾਂ, ਘੱਟੋ ਘੱਟ ਉਹਦਾ ਫੋਨ ਨੰਬਰ, ਤੇ ਉਹਦਾ ਪਿੰਡ ਸ਼ਹਿਰ ਹੈ ਨਾ। ਤੇ ਉਹ ਮਤਲਬ ਜਿੰਨੇ ਹੁਣ ਤੱਕ ਲੋਕ ਆਏ ਨੇ ਉਹਨਾਂ ਨਾਲ ਚੰਗੀ ਗੱਲ ਵੀ ਹੋਈ ਆ, ਤੇ ਉਹ ਮੈਂ ਤਾਂ ਸ਼ੁਰੂ ਕਰ ਲਿਆ ਕੰਮ। ਤੇ ਉਹਦੇ ਜ਼ਰੀਏ ਹੁਣ ਕੁਝ ਬੰਦੇ ਨੇ ਜਿਹੜੇ ਉਹ ਰੈਗੂਲਰ ਜੇ ਜੁੜਦੇ ਜੀ ਜੀ ਜੀ। ਅਜੋਕੀ ਪੀੜ੍ਹੀ ਨੂੰ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਨਾਲ ਕਿਵੇਂ ਜੋੜ ਰਹੇ ਹੋ? ਜਿਵੇਂ ਨਾ ਇਸ ਵੇਲੇ ਜਿਹੜੀਆਂ ਧਰਮ ਦੇ ਆਲੇ ਪਾਸੇ ਧਰਮ ਅਧਿਐਨ ਵਾਲੀਆਂ ਕਿਤਾਬਾਂ ਨੇ ਹਨਾ ਜੀ, ਉਹ ਕਿਤਾਬਾਂ ਬਹੁਤ ਜ਼ਿਆਦਾ ਲੋਕ ਲੈਂਦੇ ਵੀ ਨੇ, ਪਰ ਆਪਾਂ ਨੂੰ ਪਤਾ ਘੱਟ ਨੇ।
ਪਰ ਮੈਂ ਇੱਕ ਮਹਿਸੂਸ ਕੀਤੀ ਆ ਵੀ ਜਿਹੜਾ ਸਟੂਡੈਂਟ ਆ, ਵਿਦਿਆਰਥੀ ਆ ਨਾ, ਉਹ ਭਾਸ਼ਾ ਵਿਭਾਗ ਦੀ ਕਿਤਾਬ ਆ ਜਿਹੜੀ ਇਸ ਵੇਲੇ ਘੱਟ ਉਹਦੀ ਪਹੁੰਚ 'ਚ ਜਾ ਰਹੀ ਆ ਹੈ ਨਾ। ਅਤੇ ਜਦੋਂ ਕਿ ਹੁਣ ਮਤਲਬ ਥਿਊਰੀ ਦੀ ਕਿਤਾਬ ਆ ਜਿਹੜੀ, ਦਰਸ਼ਨ ਦੀ ਕਿਤਾਬ ਆ ਹੈ ਨਾ, ਇਹ ਸਭ ਕੁਛ ਉਹਨਾਂ ਦੇ ਲਗਭਗ ਸਿਲੇਬਸ ਦਾ MA ਵਾਲੇ ਬੱਚਿਆਂ ਦੇ ਜਾਂ ਲਿਟਰੇਚਰ ਵਾਲੇ ਬੱਚਿਆਂ ਦੇ। ਸੋ ਇਸ ਤਰ੍ਹਾਂ ਦਾ ਕਾਫੀ ਕੁਛ ਭਾਸ਼ਾ ਵਿਭਾਗ ਕੋਲ ਇਸ ਵੇਲੇ ਵੀ ਉਪਲਬਧ ਹੈ। ਨਹੀਂ, ਬੱਚਿਆਂ ਨੂੰ ਜਦੋਂ ਆਪਾਂ ਜੋੜਨ ਦੀ ਗੱਲ ਕਰਦੇ ਹਾਂ, ਫਿਰ ਆਪਾਂ ਜੇ ਦਰਸ਼ਨ ਤੋਂ ਜੋੜਨ ਲੱਗ ਗਏ ਤਾਂ ਉਹ ਸਹੀ ਤਰ੍ਹਾਂ ਜੋੜਨਗੇ ਫਿਰ ਉਹ ਕਿਤਾਬਾਂ ਨਹੀਂ, ਨਾਲ। ਆਪਣੇ ਕੋਲ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਬੱਚੇ ਨੂੰ ਹੀ ਇੱਥੋਂ ਜੋੜਨਾ। ਜੀ, ਬੱਚਿਆਂ ਵਾਸਤੇ ਤਾਂ ਜਿਵੇਂ ਇੱਕ ਪ੍ਰਾਇਮਰੀ ਵਾਸਤੇ ਆ ਕਿੱਡੀ ਖੂਬਸੂਰਤ ਕਿਤਾਬ ਆ ਜੀ। ਇਹਦੇ ਵਿੱਚ ਜਿਵੇਂ ਪਿਕਟੋਰੀਅਲ ਬੁੱਕ ਆ ਹੈ ਨਾ, ਇਸੇ ਤਰ੍ਹਾਂ ਮਿਡਲ ਵਾਸਤੇ ਸਾਡੇ ਕੋਲ ਅਲੱਗ ਹੈਗੀ ਆ ਭਾਸ਼ਾ ਵਿਭਾਗ ਦੀ। ਪਰ ਜਿਹੜਾ ਯੂਥ ਆ, ਨੌਜਵਾਨ ਜੀ ਦਾ ਮੈਂਟਲ ਲੈਵਲ ਤਾਂ ਉੱਚਾ ਹੈਗਾ, ਪਰ ਕਿਤਾਬਾਂ ਦੇ ਮਾਮਲੇ 'ਚ ਗਹਿਰਾਈ ਘੱਟ ਆ। ਉਹਦੇ ਵਾਸਤੇ ਮੈਨੂੰ ਇਹ ਲੱਗਦਾ ਵੀ ਸਿੱਧਾ ਉਹਨਾਂ ਨੂੰ ਫਲਸਫੇ ਨਾਲ ਜੋੜਨ ਦੀ ਥਾਂ ਤੇ ਪਹਿਲਾਂ ਮਤਲਬ ਕ੍ਰੀਏਟਿਵ ਲਿਟਰੇਚਰ ਆ ਜਿਹੜਾ ਜੀ, ਹੈ ਨਾ, ਵੀ ਜਿਵੇਂ ਕਹਾਣੀ, ਸਗੋਂ ਸਾਡੇ ਕੋਲ ਤਾਂ ਜਿਹੜੇ ਨਾ ਕਈ ਕਹਾਣੀ ਕਲਾ ਅਤੇ ਮੇਰਾ ਅਨੁਭਵ, ਨਾਟਕ ਕਲਾ ਅਤੇ ਵੱਖ-ਵੱਖ ਲੇਖਕਾਂ ਦੇ ਹੈ ਨਾ, ਕਿਸੇ ਨਾਟਕਕਾਰ ਦਾ, ਕਿਸੇ ਕਹਾਣੀਕਾਰ ਦਾ, ਜੀ, ਉਹਦੀ ਸਿਰਜਣ ਪ੍ਰਕਿਰਿਆ ਬਾਰੇ ਮੈਨੂੰ ਤਾਂ ਲੱਗਦਾ ਵੀ ਉਹ ਸਭ ਤੋਂ ਪਹਿਲੀ ਕੜੀ ਚਾਹੀਦੀ ਆ। ਉਹ ਤੋਂ ਬਾਅਦ ਉਹ ਸਿਰਜਣਾ ਪੜ੍ਹੀ ਜਾਵੇ, ਉਹ ਤੋਂ ਬਾਅਦ ਥਿਊਰੀ ਆਊਗੀ, ਜੋ ਮੈਨੂੰ ਲੱਗਦੀ ਗੱਲ। ਜੀ, ਜਦੋਂ ਡਾਕਟਰ ਸੰਦੀਪ ਸ਼ਰਮਾ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਸਵਾਲ ਪੁੱਛਦੇ ਹਾਂ ਵੀ ਇਹੋ ਅਹਿਸਾਸ ਹੁੰਦਾ ਕਿ ਅਸੀਂ ਉਹਨਾਂ ਦੀ ਕੋਈ ਇੰਟਰਵਿਊ, ਕੋਈ ਮੁਲਾਕਾਤ ਨਹੀਂ ਕਰ ਰਹੇ, ਬਲਕਿ ਅਸੀਂ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ। ਸੋ ਅਜਿਹੇ ਵਿਅਕਤੀ ਨੂੰ ਸਵਾਲ ਜਵਾਬ ਦੇ ਕਟਹਿਰੇ ਵਿੱਚ ਖੜ੍ਹਾ ਕਰਨਾ ਬੜਾ ਔਖਾ, ਜਿਹੜਾ ਕਿ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਗੱਲਾਂ ਕਰ ਰਿਹਾ ਹੋਵੇ ਜਿਵੇਂ ਆਪਾਂ ਘਰੇ ਬੈਠੇ ਹਾਂ, ਚੁੱਲ੍ਹੇ ਦੀ ਅੱਗ ਸੇਕ ਰਹੇ ਹਾਂ, ਕੁਝ ਇਸ ਤਰ੍ਹਾਂ ਦਾ, ਜਿਵੇਂ ਕਿਣਮਿਣ ਹੁੰਦੀ ਆ, ਉਸ ਤਰ੍ਹਾਂ ਨਾਲ ਆਪ ਮੁਹਾਰੇ ਗੱਲਾਂ ਚੱਲ ਪੈਂਦੀਆਂ ਨੇ ਅਤੇ ਉੱਥੇ ਪਤਾ ਹੀ ਨਹੀਂ ਲੱਗਦਾ ਸਵਾਲ ਕਿੱਥੇ ਖਤਮ ਹੁੰਦਾ ਅਤੇ ਜਵਾਬ ਕਿੱਥੋਂ ਸ਼ੁਰੂ ਹੁੰਦਾ। ਡਾਕਟਰ ਸੰਦੀਪ ਸ਼ਰਮਾ ਜੀ, ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਆਪਾਂ ਮੁਲਾਕਾਤ ਦੀ ਸ਼ੁਰੂਆਤ ਤੁਹਾਡੀ ਕਿਤਾਬ ਜਾਂ ਕਵਿਤਾ ਤੋਂ ਕਰੀਏ ਜਾਂ ਤੁਹਾਡੀ ਸ਼ਖਸੀਅਤ ਤੋਂ ਕਰੀਏ? ਮਤਲਬ ਇੱਥੇ ਹੀ ਪਤਾ ਲੱਗ ਜਾਣਾ ਕਿ ਤੁਸੀਂ ਸਾਹਿਤ ਅਤੇ ਸਾਹਿਤਕਾਰ ਦੇ ਵਿੱਚ ਕਿੰਨਾ ਕੁ ਰਿਸ਼ਤਾ ਮਹਿਸੂਸ ਕਰਦੇ ਹੋ। ਰਵਨੀਤ, ਮੈਨੂੰ ਇਹ ਲੱਗਦਾ ਵੀ ਦੋਨਾਂ ਪੱਖਾਂ ਤੋਂ ਜਿਹੜੀ ਮਰਜ਼ੀ ਪਾਸੇ ਆਪਾਂ ਗੱਲ ਸ਼ੁਰੂ ਕਰ ਲਈਏ, ਮੈਨੂੰ ਤਾਂ ਲੱਗਦਾ ਵੀ ਦੋਨੇ ਇੱਕੋ ਹੀ ਗੱਲ ਹੋਊਗੀ। ਸੋ ਮੈਨੂੰ ਇਹ ਲੱਗਦਾ ਕਿ ਸਾਹਿਤ ਅਤੇ ਸਾਹਿਤਕਾਰ ਹੈ ਨਾ, ਉਹਨਾਂ ਦੀ ਜੜ ਤਾਂ ਇੱਕੋ ਹੀ ਆ ਜੀ। ਸੋ ਜਿੱਥੋਂ ਮਰਜ਼ੀ ਗੱਲ ਆਪਾਂ ਸ਼ੁਰੂ ਕਰ ਲਈਏ, ਇੱਕੋ ਹੀ ਗੱਲ ਹੋਊਗੀ ਉਹ। ਨਾਂ ਰੱਖਣ ਦੇ ਵਿੱਚ ਅਕਸਰ ਹੀ ਤੁਸੀਂ ਜੋ ਪਹਿਲ ਕਦਮੀ ਕਰਦੇ ਹੋ ਚਰਚਾ 'ਚ ਰਹਿੰਦੀ ਆ, ਭਾਵੇਂ ਤੁਹਾਡੀ ਬੇਟੀ ਦਾ ਨਾਂ ਲੋਰੀ ਆ ਅਤੇ ਭਾਵੇਂ ਤੁਹਾਡੀ ਕਿਤਾਬ ਦਾ ਨਾਂ ਹੈ ਉਹ ਸਾਂਭਣਾ ਜਾਣਦੀ ਮੈਨੂੰ। ਸੋ ਇਹਦੇ ਪਿੱਛੇ ਕੀ ਕੋਈ ਦਿਲਚਸਪ ਵਾਕਿਆ ਹੁੰਦਾ ਜਾਂ ਕੋਈ ਖਾਸ ਤੁਹਾਡੀ ਇਹਦੇ ਵਿੱਚ ਮੁਸਤੈਦੀ ਜਾਂ ਮੁਹਾਰਤ ਕੀ ਕਹਾਂਗੇ ਇਹਦੇ ਵਿੱਚ? ਰਵਨੀਤ, ਚਲੋ ਬੇਟੀ ਦਾ ਤਾਂ ਇਹ ਸੀਗਾ ਵੀ ਸ਼ਾਇਦ ਕਿਸੇ ਵੇਲੇ ਪਹਿਲੇ ਮਨ 'ਚ ਸੀ ਗੱਲ, ਅਤੇ ਕਿਤਾਬ ਵੇਲੇ ਜਿਹੜਾ ਸੀਗਾ ਇਹ ਕਈ ਤਰ੍ਹਾਂ ਦੀਆਂ ਰੌਚਕ ਗੱਲਾਂ ਜੁੜਦੀਆਂ ਗਈਆਂ, ਅਤੇ ਕੁਛ ਸਾਥੀਆਂ ਨਾਲ ਜਦੋਂ ਸਲਾਹ ਕੀਤੀ ਕਿਤਾਬ ਦੇ ਟਾਈਟਲ ਬਾਰੇ ਤਾਂ ਕੁਛ ਨੂੰ ਲੱਗਿਆ ਕਿ ਬਹੁਤ ਖੂਬਸੂਰਤ ਟਾਈਟਲ ਆ, ਕੁਛ ਨੂੰ ਲੱਗਿਆ ਨਹੀਂ, ਇਹ ਬਦਲ ਦੇਣਾ ਚਾਹੀਦਾ। ਅਤੇ ਮੈਨੂੰ ਹੈਰਾਨੀ ਵੀ ਹੋਈ ਜਦੋਂ ਕਈ ਸਾਥੀਆਂ ਵੱਲੋਂ ਇਹ ਵੀ ਵਿਚਾਰ ਆਇਆ ਕਿ ਕਿਉਂਕਿ ਜੈਂਡਰ ਸਪੈਸੀਫਾਈ ਹੋ ਰਿਹਾ ਇਹਦੇ 'ਚ ਜੀ, ਹੈ ਨਾ, ਸਾਂਭਣਾ ਜਾਣਦੀ ਮੈਨੂੰ ਵੀ ਇਹ ਨਹੀਂ ਰੱਖਣਾ ਚਾਹੀਦਾ ਹੈ ਨਾ, ਕਿਉਂਕਿ ਕਈ ਵਾਰ ਸਿਖਾਇਆ ਜਾਂਦਾ ਲਿਟਰੇਚਰ 'ਚ ਵੀ ਇਹ ਹੋਣੀ ਚਾਹੀਦੀ ਗੱਲ। ਪਰ ਮੈਨੂੰ ਲੱਗਿਆ ਵੀ ਇੱਥੇ ਵੀ ਫਿਰ ਆਪਣੀ ਉਹ ਮੇਲ ਇੱਕੋ ਹੀ ਆ ਜਾਂਦੀ ਆ ਹੈ ਨਾ, ਵੀ ਜੇ ਆਪਾਂ ਮਤਲਬ ਇਹ ਕਰ ਵੀ ਦਿੰਦੇ ਹਾਂ ਤਾਂ ਇਹਦੇ 'ਚ ਨੁਕਸਾਨ ਵੀ ਕੀ ਆ ਹੈ ਨਾ। ਅਤੇ ਦੂਜਾ ਇਹ ਆ ਵੀ ਵੈਸੇ ਵੀ ਕਵਿਤਾ ਦਾ ਵੀ ਤਾਂ ਜੈਂਡਰ ਆਪਾਂ ਫੈਮਿਨਨ ਲਈ ਲੈਂਦੇ ਹਾਂ। ਬਿਲਕੁਲ ਬਿਲਕੁਲ, ਹਾਂ। ਅਤੇ ਫਿਰ ਮੈਂ ਅਸਲ ਦੇ ਵਿੱਚ ਇਹਦੇ ਸ਼ੁਰੂਆਤ ਦੇ ਵਿੱਚ ਕੁਛ ਸ਼ਬਦ ਕਵਿਤਾ ਤੋਂ ਪਹਿਲਾਂ ਲਿਖੇ ਨੇ, ਉਹਦੇ 'ਚ ਖੈਰ ਮੈਨੂੰ ਹੁਣ ਇਹ ਲੱਗਦਾ ਵੀ ਉਹ ਨਹੀਂ ਲਿਖਣੇ ਚਾਹੀਦੇ ਸੀ ਮੈਨੂੰ, ਮੈਂ ਬਾਅਦ 'ਚ ਮਹਿਸੂਸ ਕੀਤੀ ਆ ਹੈ ਨਾ, ਉਹ ਜਸਟੀਫਿਕੇਸ਼ਨ ਵੀ ਹੋ ਜਾਂਦੀ ਆ। ਜੀ ਜੀ। ਅਤੇ ਉਹਦੇ 'ਚ ਮੈਂ ਕੁਛ ਗੱਲਾਂ ਕੀਤੀਆਂ ਨੇ ਇਸ ਚੀਜ਼ ਬਾਰੇ ਹੈ ਨਾ, ਬਈ ਜਦੋਂ ਅਸੀਂ ਬਿਖਰੇ ਹੁੰਦੇ ਹਾਂ, ਖਿੰਡੇ ਹੁੰਦੇ ਹਾਂ ਹੈ ਨਾ, ਅਤੇ ਉਦੋਂ ਉਹ ਕਿਹੜੀਆਂ ਚੀਜ਼ਾਂ ਨੇ ਜੋ ਸਾਨੂੰ ਸਾਂਭ ਲੈਂਦੀਆਂ ਨੇ ਆ ਕੇ ਹੈ ਨਾ, ਜੋ ਸਾਰੀਆਂ ਚੀਜ਼ਾਂ ਅਲਟੀਮੇਟਲੀ ਮਤਲਬ ਕਵਿਤਾ ਨਾਲ ਜੁੜਦੀਆਂ ਨੇ ਆ ਕੇ।
ਤੇ ਮੈਨੂੰ ਲੱਗਦਾ ਕਿ ਜਦੋਂ ਬੰਦਾ ਉਹ ਸਥਿਤੀ ਬੜੀ ਖਤਰਨਾਕ ਆ, ਜਦੋਂ ਬੰਦਾ ਆਪਣੇ ਆਪ ਨਾਲੋਂ ਦੂਰ ਹੁੰਦਾ ਜਾਂਦਾ ਜੀ ਤੇ ਉਦੋਂ ਫਿਰ ਬੰਦੇ ਨੂੰ ਆਪਣੇ ਨੇੜੇ ਲੈ ਕੇ ਆਉਣ ਵਾਲੀ ਕਵਿਤਾ ਹੁੰਦੀ ਆ। ਤੇ ਮੈਂ ਆਪਣੇ ਮਾਮਲੇ 'ਚ ਇਹ ਗੱਲ ਮਹਿਸੂਸ ਕਰਦਾ। ਮਾਫ ਕਰਨਾ, ਵਿੱਚ ਦੀ ਮੈਂ ਗੱਲ ਕਰ ਰਹੀ ਹਾਂ। ਜੇ ਕਵਿਤਾ ਤੁਹਾਨੂੰ ਸਾਂਭਦੀ ਹੈ ਤਾਂ ਤੁਸੀਂ ਕਵਿਤਾ ਦੇ ਵਿੱਚ, ਕਵਿਤਾ ਦੇ ਰਾਹੀਂ ਕੀ ਕੀ ਸਾਂਭਣਾ ਚਾਹ ਰਹੇ ਨੇ? ਕਵਿਤਾ ਰਾਹੀਂ ਮੈਨੂੰ ਲੱਗਦਾ ਵੀ ਜੋ ਮੇਰੀ ਸਮਝ ਆ ਜਾਂ ਜੋ ਮੇਰੀ ਕਵਿਤਾ ਦੀ ਸੀਮਾ ਵੀ ਹੋ ਸਕਦੀ ਆ। ਮੈਂ ਰਿਸ਼ਤਿਆਂ ਦੀ ਗੱਲ ਜ਼ਰੂਰ ਕਹੂੰਗਾ, ਹੈ ਨਾ ਜੀ। ਬਈ ਰਿਸ਼ਤਿਆਂ ਦੇ ਵਿੱਚ ਜੋ ਕੁਛ ਇਸ ਤਰ੍ਹਾਂ ਦੀਆਂ ਪਰਤਾਂ ਨੇ ਜਿਹੜੀਆਂ ਅਣਫੋਲੀਆਂ ਰਹਿ ਜਾਂਦੀਆਂ ਨੇ ਕਈ ਵਾਰ, ਹੈ ਨਾ, ਉਹ ਕਵਿਤਾ ਉਹਨਾਂ ਨੂੰ ਫਰੋਲਣ ਦੇ ਸਾਨੂੰ ਰਾਹ ਦੱਸਦੀ ਆ ਜੀ ਕਿ ਇਹ ਵੀ ਉਹਨਾਂ ਰਿਸ਼ਤਿਆਂ ਦੇ ਸ਼ੇਡਸ ਹੈਗੇ ਨੇ ਕੁਛ, ਤੇ ਉਹਨਾਂ ਤੱਕ ਸਾਨੂੰ ਲੈ ਜਾਂਦੀ ਆ ਕਵਿਤਾ। ਤੇ ਇਹ ਵੀ ਕਵਿਤਾ ਦਾ ਸਾਨੂੰ ਸਾਂਭਣ ਦਾ ਇੱਕ ਜ਼ਰੀਆ ਹੀ ਮੈਨੂੰ ਲੱਗਦਾ ਹੈ। ਪਲ ਪਲ ਜਿਉਣਾ, ਰੋਟੀ ਦੀ ਗਰਾਹੀ ਤੋੜਨ ਤੋਂ ਲੈ ਕੇ ਸਵਾਦ ਸਵਾਦ ਮੂੰਹ ਵਿੱਚ ਚਿੱਥਣ ਤੀਕ ਕਿੰਨਾ ਸਹਿਜ ਵਾਪਰਦਾ ਹੈ ਸਾਰਾ ਕੁਝ। ਜੀਵਾਂ ਤਾਂ ਇਉਂ ਹੀ ਜੀਵਾਂ, ਜ਼ਿੰਦਗੀ ਉਂਝ ਵੀ ਤਾਂ ਗੁਜ਼ਰ ਹੀ ਜਾਣੀ ਹੈ। ਜਿਵੇਂ ਤੁਹਾਡੀ ਕਿਤਾਬ ਨੂੰ ਪੜ੍ਹਦਿਆਂ ਮੈਨੂੰ ਇਹ ਮਹਿਸੂਸ ਹੋਇਆ ਸੀ ਕਿ ਜਿਸ ਤਰ੍ਹਾਂ ਨਾਲ ਕੁਲਵੰਤ ਸਿੰਘ ਵਿਰਕ ਨੂੰ ਨਿੱਤ ਦਿਸਤੇ ਦੀ ਜਿਹੜੀ ਸਧਾਰਨਤਾ, ਉਸ ਸਧਾਰਨਤਾ ਦਾ ਅਸਧਾਰਨ ਕਹਾਣੀਕਾਰ ਮੰਨਿਆ ਗਿਆ, ਤੇ ਤੁਹਾਡੀ ਜਿਹੜੀ ਕਵਿਤਾ ਇਹ ਵੀ ਸਧਾਰਨਤਾ ਦੇ ਵਿੱਚੋਂ ਕੁਝ ਅਸਾਧਾਰਨ ਜਾਂ ਤਾਂ ਲੱਭਦੀ ਆ ਜਾਂ ਉਹਨੂੰ ਪੇਸ਼ ਇਸ ਤਰ੍ਹਾਂ ਕਰਦੀ ਹੈ। ਛੋਟੀ ਜਿਹੀ ਘਟਨਾ ਹੋਈ ਜਾਂ ਫਿਰ ਕੋਈ ਘਟਨਾ ਹੋਈ ਹੀ ਨਹੀਂ ਹੈ ਤੇ ਉਹਦੇ ਵਿੱਚੋਂ ਵੀ ਤੁਸੀਂ ਕੁਛ ਨਾ ਕੁਛ ਇਸ ਤਰ੍ਹਾਂ ਦਾ ਤਲਾਸ਼ ਲੈਂਦੇ ਹੋ। ਤਾਂ ਇਹਦੇ ਵਿੱਚ ਤੁਸੀਂ ਕੀ ਤੋਂ ਪ੍ਰਭਾਵਿਤ ਹੋਏ, ਜਾਂ ਇਹ ਤੁਹਾਡੀ ਆਪਣੀ ਹੀ ਸਿਰਜਣਾ ਸੀ, ਕੁਝ ਸਹਿਜ ਸੁਭਾਵਿਕ ਵਾਪਰਿਆ? ਰਵਨੀਤ, ਕਾਫੀ ਕੁਛ ਤਾਂ ਤੁਹਾਡੀ ਗੱਲ ਸਹੀ ਆ, ਬਿਲਕੁਲ ਕਾਫੀ ਕੁਛ ਤਾਂ ਮਤਲਬ ਸਹਿਜ ਸੁਭਾਵਿਕ ਹੀ ਮੈਂ ਮੰਨਦਾ, ਕਿਉਂਕਿ ਬਹੁਤੀਆਂ ਇਹ ਚੀਜ਼ਾਂ ਇਸ ਕਿਤਾਬ ਦੀਆਂ ਜਾਂ ਇਸ ਕਵਿਤਾ ਦੀਆਂ ਬਹੁਤੀਆਂ ਚੀਜ਼ਾਂ ਤਾਂ ਮੇਰੇ ਸੁਭਾਅ ਦਾ ਹਿੱਸਾ ਨੇ। ਤੇ ਮੈਨੂੰ ਤਾਂ ਹੁਣ ਕਈ ਵਾਰ ਇਹ ਵੀ ਲੱਗਦਾ ਹੁੰਦਾ ਕਿ ਸਧਾਰਨ ਕੁਛ ਹੁੰਦਾ ਹੀ ਨਹੀਂ, ਹੈ ਨਾ। ਮੈਨੂੰ ਜਾਣੀ ਕਿ ਹੁਣ ਇਹ ਵੀ ਲੱਗਣ ਲੱਗ ਗਈ ਗੱਲ ਵੀ ਕੁਛ ਵੀ ਸਧਾਰਨ ਨਹੀਂ। ਤੇ ਬਾਕੀ ਪ੍ਰਭਾਵਿਤ ਵਾਲੀ ਦੀ ਗੱਲ ਹੈਗੀ ਆ, ਕਿਉਂਕਿ ਮੈਂ ਕਵਿਤਾ ਦਾ ਪਾਠਕ ਹਾਂ ਅਸਲ ਦੇ ਵਿੱਚ, ਤੇ ਮੈਂ ਜਿਵੇਂ ਕੁਛ ਜਿਹੜੇ ਕਵੀਆਂ ਨੂੰ ਜ਼ਿਆਦਾ ਪੜ੍ਹਦਾ ਅਤੇ ਪਸੰਦ ਕਰਦਾ, ਹੈ ਨਾ, ਜਿਵੇਂ ਨਵਤੇਜ ਭਾਰਤੀ, ਅਜਮੇਰ ਰੋਡੇ, ਹੈ ਨਾ, ਅਮਰਜੀਤ ਚੰਦਨ, ਗੁਰਪ੍ਰੀਤ, ਹੈ ਨਾ, ਇਹ ਸਾਰੇ ਕਵੀਆਂ ਤੋਂ ਮੈਨੂੰ ਲੱਗਦਾ ਇਹ ਗੱਲ ਮੇਰੇ ਅੰਦਰ ਆਈ ਵੀ ਹੋਣੀ ਆ, ਉਹ ਤੋਂ ਸਿੱਖਿਆ ਵੀ ਹੋਊਗਾ ਮੈਂ ਕਾਫੀ ਕੁਛ। ਤੇ ਨਵਤੇਜ ਭਾਰਤੀ ਉਹਨਾਂ ਨੇ, ਮੈਂ ਉਹਨਾਂ ਨੂੰ ਆਪਣੀ ਕਿਤਾਬ ਭੇਜੀ ਅਤੇ ਉਹਨਾਂ ਨੇ ਮਤਲਬ ਇੱਕ ਆਪਣੀ ਪ੍ਰਤੀਕਰਨ ਜਿਹੜਾ ਦਿੱਤਾ, ਹੈ ਨਾ, ਕੁਛ ਗੱਲਾਂ 'ਚ ਉਹ ਵੀ ਇਹ ਗੱਲ ਕਹਿੰਦੇ ਵੀ ਮੈਨੂੰ ਇਹ ਕਵਿਤਾ ਦੀ ਇਹ ਗੱਲ ਚੰਗੀ ਲੱਗੀ ਕਿ ਇਹ ਕਵਿਤਾ ਮਤਲਬ ਇਹ ਮੰਨਦੀ ਆ, ਮੇਰੀ ਕਵਿਤਾ ਬਾਰੇ ਉਹਨਾਂ ਦੀ ਟਿੱਪਣੀ ਸੀ ਵੀ ਇਹ ਕਵਿਤਾ ਇਹ ਮੰਨਦੀ ਆ ਕਿ ਜ਼ਿੰਦਗੀ ਦਾ ਹਰ ਵਰਤ ਵਰਤਾਰਾ ਜਿਹੜਾ ਉਹ ਕਵਿਤਾ ਉਹਦੇ 'ਚ ਹੁੰਦੀ ਆ। ਸੋ ਇਸ ਕਰਕੇ ਘਟਨਾਵਾਂ ਕੋਈ ਸਧਾਰਨ ਨਹੀਂ ਹੁੰਦੀ, ਉਹਦੇ 'ਚ ਮਤਲਬ ਕੋਈ ਗੱਲ ਤਾਂ ਪਈ ਆ ਜੇ ਉਹ ਘਟਨਾ ਬਣੀਆਂ, ਹੈ ਨਾ। ਸੋ ਐਂ ਮਤਲਬ ਮੈਂ ਜਿਹੜਾ ਤੁਹਾਡਾ ਉਹ ਸਵਾਲ ਇਹਦੇ ਨਾਲ ਜੁੜਿਆ ਹੋਇਆ ਸੀਗਾ ਕਿ ਉਹ ਕਦੋਂ ਤੋਂ ਗੱਲ ਲੱਗਣ ਲੱਗੀ, ਹੈ ਨਾ। ਤਾਂ ਮੈਂ ਜਦੋਂ ਆਪਣੇ ਬੱਚਿਆਂ ਨੂੰ, ਛੋਟਿਆਂ ਨੂੰ, ਬਹੁਤ ਛੋਟਿਆਂ ਨੂੰ ਉਹਨਾਂ ਦੀਆਂ ਗੱਲਾਂ ਦੇਖਣੀਆਂ ਸ਼ੁਰੂ ਕੀਤੀਆਂ, ਉਦੋਂ ਮੈਨੂੰ ਪਹਿਲੀ ਵਾਰ ਹੀ ਮਹਿਸੂਸ ਹੋਣ ਲੱਗੀ ਗੱਲ ਕਿ ਗੱਲ 'ਚ ਗੱਲ ਪਈ ਹੁੰਦੀ ਆ ਕੋਈ ਨਾ ਕੋਈ, ਹੈ ਨਾ। ਸੋ ਜਿਵੇਂ ਮਤਲਬ ਮੈਂ ਲਾਲਚ ਕਰ ਲੈਂਦਾ, ਇੱਥੇ ਆਪਣੀ ਕਵਿਤਾ ਛੋਟੀ ਜਿਹੀ ਸੁਣਾ ਦਿੰਦਾ ਤੁਹਾਨੂੰ ਨਾਲ ਸਕਦੇ। ਜ਼ਰੂਰ ਜੀ। ਇੱਕ ਕਵਿਤਾ ਰਵਨੀਤ ਮੇਰੀ, ਪਿਆਰ ਦਾ ਪਹਿਲਾ ਸਬਕ ਜੀ, ਕਵਿਤਾ ਦਾ ਸੰਦੇਸ਼ ਆ, ਪਿਆਰ ਦਾ ਪਹਿਲਾ ਸਬਕ। ਹੁਣ ਇਹ ਕਵਿਤਾ ਦੇ ਪਿਛੋਕੜ 'ਚ ਇੱਕ ਗੱਲ ਪਈ ਆ ਕਿ ਜਦੋਂ ਨਾ ਮੇਰਾ ਬੇਟਾ ਸੁਰਖਾਬ ਜੀ, ਉਹਨੇ ਜਦੋਂ ਮਤਲਬ ਬੋਲਣ ਲੱਗਿਆ, ਉਹ ਥੋੜ੍ਹੇ ਜਿਹੇ ਸ਼ਬਦ ਸਿੱਖਿਆ, ਕੁਝ ਸ਼ਬਦ ਬੋਲਣ ਲੱਗਿਆ, ਪੁੱਤਰ ਮੇਰਾ ਤੋਤਲੇ ਮੋਤਲੇ, ਕੁਝ ਸ਼ਬਦ ਬੋਲਣ ਲੱਗਿਆ, ਪੁੱਤਰ ਮੇਰਾ ਤੋਤਲੇ ਮੋਤਲੇ, ਉਹ ਤੈਨੂੰ ਕਹਿਣਾ ਸਿੱਖ ਗਿਆ, ਉਹ ਤੈਨੂੰ ਕਹਿਣਾ ਸਿੱਖ ਗਿਆ, ਇਹਦੇ ਅਰਥੋਂ ਮੈਨੂੰ ਚ ਲੈਂਦਾ, ਉਹ ਤੈਨੂੰ ਕਹਿਣਾ ਸਿੱਖ ਗਿਆ, ਇਹਦੇ ਅਰਥੋਂ ਮੈਨੂੰ ਚ ਲੈਂਦਾ, ਕਿਸੇ ਚੀਜ਼ ਲਈ ਜ਼ਿੱਦ ਕਰਦਾ, ਤੈਨੂੰ ਦੇ ਦੇ, ਤੈਨੂੰ ਦੇ ਦੇ। ਕਿਆ ਬਾਤ, ਪਿਆਰ ਦਾ ਪਹਿਲਾ ਸਬਕ। ਵਾਹ ਜੀ ਵਾਹ।
ਸੋ ਰਵਨੀਤ, ਮੈਨੂੰ ਇਸ ਗੱਲ 'ਚ ਇਹ ਲੱਗਿਆ ਵੀ ਪਿਆਰ ਦੀ ਇਦੋਂ ਖੂਬਸੂਰਤ ਪਰਿਭਾਸ਼ਾ ਕੀ ਹੋ ਸਕਦੀ ਆ, ਹਨਾ। ਸੋ ਐਂ ਮਤਲਬ ਇਹ ਘਟਨਾਵਾਂ ਐਂ ਮੈਨੂੰ ਲੱਗਦੀਆਂ ਰਹਿੰਦੀਆਂ ਨੇ। ਇੱਕ ਤੁਹਾਡੀ ਕਵਿਤਾ ਜਿਹਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਆਪਾਂ ਫੋਨ ਲੱਭਦੇ ਆ, ਆਪਾਂ ਇਦਾਂ ਹੀ ਰਿਸ਼ਤੇ ਲੱਭਦੇ ਆ, ਮਤਲਬ ਬਹੁਤ ਆਧੁਨਿਕਤਾ ਦੇ ਵਿੱਚ ਵੀ ਇਸ ਸਮੇਂ ਦੀਆਂ ਜਿਹੜੀਆਂ ਟ੍ਰੈਜਡੀਜ਼ ਆ ਜਾਂ ਨਾਲ ਉਹਦੇ ਵਿੱਚ ਕੀ ਆਪਾਂ ਸਕਾਰਾਤਮਕ ਹੱਲ ਲੱਭਦੇ ਆ। ਬਿਲਕੁਲ ਬਿਲਕੁਲ। ਮਤਲਬ ਮੈਂ ਦੇਖਦਾ ਹਾਂ ਵੀ ਆਪਾਂ ਇਹਨਾਂ ਚੀਜ਼ਾਂ ਦੇ ਵੀ ਕਿੰਨੇ ਹੋ ਗਏ ਹਨਾ, ਦੇ ਕਈ ਵਾਰ ਆਪਣੀ ਚਾਬੀ ਖੋ ਜਾਂਦੀ ਹੈ ਕੋਈ, ਤੇ ਇੱਕ ਵਾਰ ਧਿਆਨ ਚ ਆਉਂਦਾ ਵੀ ਆਪਾਂ ਉਹਨੂੰ ਬੈਲ ਮਾਰ ਦਈਏ ਚਾਬੀ ਨੂੰ, ਹਨਾ। ਸੋ ਮੈਨੂੰ ਐਂ ਲੱਗਿਆ ਵੀ ਰਿਸ਼ਤਿਆਂ ਨੂੰ ਵੀ ਐਂ ਕਿਤੇ ਨਾ ਕਿਤੇ ਬੈਲ ਮਾਰਦੇ ਰਹਿਣਾ ਚਾਹੀਦਾ, ਹਨਾ। ਜੀ ਜੀ ਜੀ। ਸੋ ਇਹ ਐਂ ਬਸ ਐਂ ਲੱਗਦਾ ਕਿ ਗੱਲਾਂ ਦੇ ਵਿੱਚ ਪਈ ਆ ਕਵਿਤਾ, ਹਨਾ ਜੀ। ਤੇ ਮੈਨੂੰ ਐਂ ਨਹੀਂ ਲੱਗਦਾ ਕਿ ਮੇਰੀ ਬਹੁਤ ਵੱਡੀ ਇਹ ਮਤਲਬ ਕੋਈ ਮੈਂ ਮਾਰਕਾ ਮਾਰਿਆ, ਮੈਨੂੰ ਲੱਗਦਾ ਇਹ ਸਾਰਿਆਂ ਨਾਲ ਵਾਪਰਦੀਆਂ ਨੇ, ਤੇ ਮੈਨੂੰ ਤਾਂ ਇਹੀ ਲੱਗਦਾ ਹੁੰਦਾ ਕਿ ਕਵੀ ਵੀ ਸਾਰੇ ਹੀ ਹੁੰਦੇ ਨੇ, ਹਨਾ। ਤੁਹਾਡੀਆਂ ਕਵਿਤਾਵਾਂ ਦੇ ਵਿੱਚ ਜਿਹੜਾ ਸੱਭਿਆਚਾਰਕ ਜਾਂ ਵਿਰਾਸਤ ਜਾਂ ਅਤੀਤ ਹੈ ਉਹਦਾ ਜ਼ਿਕਰ ਮੈਨੂੰ ਕਾਫੀ ਘੱਟ ਲੱਗਿਆ, ਅਤੇ ਵਰਤਮਾਨ ਦਾ ਬਹੁਤ ਜ਼ਿਆਦਾ ਲੱਗਿਆ, ਹੈ ਨਾ, ਕਿ ਤੁਸੀਂ ਵਰਤਮਾਨ 'ਚ ਰਹਿੰਦੇ ਹੋ, ਉਹਦੇ ਵਿੱਚੋਂ ਹੀ ਕਵਿਤਾ ਘੜਦੇ ਹੋ। ਅਤੇ ਭਾਵੇਂ ਕੋਈ ਚੱਕਰਵਿਊਹ ਵਗੈਰਾ ਇੱਦਾਂ ਦੇ ਸ਼ਬਦ ਹੈਗੇ ਆ ਸਾਡੇ ਮਿੱਥ ਨਾਲ ਜੁੜੇ ਹੋਏ, ਪਰ ਸੱਭਿਆਚਾਰਕ ਜਿਹੜਾ ਜ਼ਿਕਰ ਆ ਉਹ ਮੈਨੂੰ ਕਾਫੀ ਘੱਟ ਨਜ਼ਰ ਆਇਆ। ਕੋਈ ਇਸ ਦਾ ਕੋਈ ਵਜ੍ਹਾ ਜਾਂ ਸਬੱਬ ਕੁਛ ਹੈ? ਮਤਲਬ ਮੈਂ ਇਹਨੂੰ ਇਸ ਪ੍ਰਤੀ ਕੋਈ ਸੁਚੇਤ ਹੋ ਕੇ ਤਾਂ ਨਹੀਂ ਮੇਰਾ ਕੋਈ ਇਹ ਇਸ ਤਰ੍ਹਾਂ ਦਾ ਕੋਈ ਰੱਖਿਆ ਹੋਇਆ। ਹਾਂ, ਇਹ ਹੋ ਸਕਦਾ ਵੀ ਜੇ ਚੀਜ਼ ਗੈਰ ਹਾਜ਼ਰ ਆ ਤਾਂ ਹੋ ਸਕਦਾ ਮੇਰੇ ਸੁਭਾਅ 'ਚ ਵੀ ਇਹ ਘੱਟ ਹੋਵੇ, ਹੈ ਨਾ, ਅਤੇ ਹੋ ਸਕਦਾ ਮੇਰੀ ਸੀਮਾ ਵੀ ਹੋਵੇ, ਮੈਨੂੰ ਇਹ ਲੱਗਦਾ। ਅਤੇ ਇਹ ਮੈਂ ਤੁਹਾਨੂੰ ਛੋਟੀ ਜਿਹੀ ਖੂਬਸੂਰਤ ਗੱਲ ਵੀ ਉਹਨਾਂ ਜੁੜੀ ਸੁਣਾਵਾਂ ਕਿ ਮੈਂ ਬਲਵਿੰਦਰ ਗਰੇਵਾਲ ਹੋਣੀ, ਅਸੀਂ ਮਤਲਬ ਕਿਸੇ ਵੇਲੇ ਕਿਸੇ ਲੰਬੇ ਸਫ਼ਰ 'ਚ ਸਾਨੂੰ ਮੌਕਾ ਸੀਗਾ ਅਤੇ ਗੱਲਾਂ ਕਰਨ ਦਾ, ਬਹੁਤ ਕੁਛ ਕਵਿਤਾਵਾਂ ਅਸੀਂ ਸਾਂਝੀਆਂ ਕੀਤੀਆਂ ਜੀ। ਜਤਿੰਦਰ ਹਾਸ, ਮੈਂ, ਬਲਵਿੰਦਰ ਗਰੇਵਾਲ। ਸੋ ਗਰੇਵਾਲ ਉਹਨਾਂ ਨੇ ਇੱਕ ਕਵਿਤਾ ਮੈਂ ਉਹਨਾਂ ਨਾਲ ਸਾਂਝੀ ਕੀਤੀ, ਅਤੇ ਉਹਦੇ 'ਚ ਨਾ ਮੈਂ ਸ਼ਬਦ ਵਰਤਿਆ ਸੀ ਆਕਾਂਖਿਆਵਾਂ, ਅਤੇ ਉਹ ਕਵਿਤਾ ਗਰੇਵਾਲ ਉਹਨਾਂ ਨੂੰ ਬੜੀ ਪਸੰਦ ਆਈ ਜੀ, ਸ਼ਾਬਾਸ਼ ਦਿੱਤੀ ਉਸ ਕਵਿਤਾ ਵਾਸਤੇ। ਪਰ ਉਹ ਸ਼ਬਦ ਉਹ ਕਹਿੰਦੇ ਵੀ ਨਹੀਂ ਸੰਦੀਪ, ਮੈਂ ਸ਼ਬਦ ਨਾਲ ਸਹਿਮਤ ਨਹੀਂ, ਵੀ ਜਦ ਸਾਡੇ ਕੋਲ ਪੰਜਾਬੀ ਦਾ ਕਿੱਡਾ ਖੂਬਸੂਰਤ ਸ਼ਬਦ ਹੈ ਸੱਧਰਾਂ, ਹੈ, ਅਤੇ ਉਹ ਮੈਨੂੰ ਵੀ ਲੱਗਿਆ ਵੀ ਹਾਂ ਮਤਲਬ ਮੈਂ ਖਾਮਖਾ ਇਹ ਸ਼ਬਦ ਇੱਕ ਛੋਟੀ ਜਿਹੀ ਗੱਲ ਵਾਸਤੇ, ਹੈ ਨਾ, ਉੱਥੇ ਇੱਕ ਅਨੁਪਰਾਸ ਪੈਦਾ ਕਰਨ ਵਾਸਤੇ, ਹੈ ਨਾ, ਅਤੇ ਹੋ ਸਕਦਾ ਮੇਰੀਆਂ ਕੁਛ ਕਵਿਤਾਵਾਂ ਦੀ ਲੋੜ ਵੀ ਹੋਵੇ ਕਿ ਉੱਥੇ ਮੈਨੂੰ ਉਹੀ ਉਸੇ ਰੂਪ ਦੇ ਵਿੱਚ ਚੀਜ਼ ਲੈ ਕੇ ਆਉਣੀ ਪਈ ਹੋਵੇ, ਹੈ ਨਾ। ਅਤੇ ਬਾਕੀ ਵਿਰਸੇ ਵਾਲੀ ਗੱਲ ਤਾਂ ਖੈਰ ਨਹੀਂ ਹੈ, ਮੈਨੂੰ ਬੜਾ ਮੋਹ ਆ, ਅਤੇ ਮੈਂ ਤਾਂ ਮਤਲਬ ਮੇਰੀਆਂ ਕਵਿਤਾਵਾਂ ਕਈ ਹੈਗੀਆਂ ਜੇ ਤੁਹਾਡੇ ਧਿਆਨ 'ਚ ਹੋਣ, ਕਿ ਕਿਤੇ ਮੈਂ ਲਿਖਦਾ ਕਿ ਮੈਂ ਤਾਂ ਪਛੜ ਕੇ ਹੀ ਪਹੁੰਚਾਂਗਾ, ਹੈ ਨਾ, ਗਾਹੇ ਹੋਏ ਰਾਹਾਂ ਦੀ ਖੁਸ਼ਬੂ ਨਾਲ ਲੈ ਕੇ। ਜੀ ਜੀ। ਸੋ ਮੇਰੇ ਵਾਸਤੇ ਉਹ ਗਾਹੇ ਹੋਏ ਰਾਹ, ਪਿੱਛੇ ਰਹਿ ਗਏ ਪੈੜ, ਉਹ ਬੜੇ ਮਹੱਤਵਪੂਰਨ ਨੇ, ਅਤੇ ਉਹ ਮੈਨੂੰ ਲੱਗਦਾ ਮੈਂ ਕਦੇ ਵੀ ਉਹਨਾਂ ਨੂੰ ਛੱਡ ਕੇ ਨਹੀਂ ਤੁਰਦਾ, ਮੈਂ ਉਹਨਾਂ ਨੂੰ ਨਾਲ ਹੀ ਲੈ ਕੇ ਤੁਰਦਾ ਹਾਂ। ਓਕੇ। ਉਹ ਨਿੱਕੀਆਂ ਚਿੜੀਆਂ ਜਿਹੀਆਂ ਕੁੜੀਆਂ, ਉਹ ਨਿੱਕੀਆਂ ਚਿੜੀਆਂ ਜਿਹੀਆਂ ਕੁੜੀਆਂ, ਸਕੂਲ ਦੇ ਨਾਲ ਲੱਗਦੇ ਗੁਰਦੁਆਰੇ ਮੱਥਾ ਟੇਕਦੀਆਂ ਹਰ ਸਵੇਰ, ਇੱਕੋ ਪਤਾਸੇ 'ਚੋਂ ਵੀ ਬਚਾ ਲੈਂਦੀਆਂ ਮੇਰੇ ਹਿੱਸੇ ਦਾ ਪ੍ਰਸਾਦ, ਇੱਕੋ ਪਤਾਸੇ 'ਚੋਂ ਵੀ ਬਚਾ ਲੈਂਦੀਆਂ ਮੇਰੇ ਹਿੱਸੇ ਦਾ ਪ੍ਰਸ਼ਾਦ, ਗੇਟ 'ਤੇ ਖੜ੍ਹ ਉਡੀਕ ਕਰਦੀਆਂ, ਸ਼ੁਭ ਹੋ ਜਾਂਦੀ ਹਰ ਸਵੇਰ ਮੇਰੀ, ਹਰ ਸਵੇਰ। ਇੱਕ ਗੱਲ ਹੋਰ ਕਿ ਤੁਸੀਂ ਇੱਥੇ ਆ ਕੇ ਕੋਈ ਕਵਿਤਾ ਲਿਖੀ ਹੈ ਇਸ ਬਿਲਡਿੰਗ 'ਚ ਆਉਣ ਤੋਂ ਬਾਅਦ? ਕਈ ਕਵਿਤਾਵਾਂ ਦਿਮਾਗ 'ਚ ਤਾਂ ਆਈਆਂ ਨੇ ਹਜੇ, ਪਰ ਉਹ ਕਵਿਤਾ ਰੂਪ 'ਚ ਨਹੀਂ ਆਈਆਂ, ਪਰ ਕਈ ਕਵਿਤਾਵਾਂ ਚੱਲ ਰਹੀਆਂ ਨੇ ਅੰਦਰ। ਜੀ ਜੀ। ਕਿਉਂਕਿ ਨਵੀਂ ਤਰ੍ਹਾਂ ਦੇ ਅਨੁਭਵ ਨੇ, ਹੈ ਨਾ, ਅਤੇ ਇਹਨਾਂ ਅਨੁਭਵਾਂ ਦੇ ਵਿੱਚ ਮੈਨੂੰ ਲੱਗਦਾ ਕਿ ਕਵਿਤਾਵਾਂ ਵੀ ਜਨਮ ਲੈਣਗੀਆਂ। ਅਤੇ ਤੁਹਾਨੂੰ ਕਿਵੇਂ ਲੱਗਦਾ ਵੀ ਜਿਵੇਂ ਆਪਾਂ ਹੁਣ ਤੱਕ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਭਾਸ਼ਾ ਦੇ ਪੁੱਤਰ ਹਾਂ, ਜਾਂ ਇੱਥੇ ਤੁਹਾਨੂੰ ਭਾਸ਼ਾ ਦੇ ਅਫਸਰ ਵਜੋਂ ਜਾਣਿਆ ਜਾਂਦਾ? ਨਹੀਂ, ਅਫਸਰ ਵਾਲਾ ਕੰਮ ਤਾਂ ਹੈ ਨਹੀਂ, ਕੰਮ ਤਾਂ ਇਹ ਮਤਲਬ ਉਹੀ ਆ ਵੀ ਇੱਕ ਜਿਵੇਂ ਆਪਾਂ ਕਹਿੰਦੇ ਹਾਂ ਕਿ ਭਾਵੁਕ ਹੋ ਕੇ ਤੁਰਨ ਵਾਲੀ ਇਹ ਗੱਲ ਆ ਜੀ। ਸੋ ਇਹ ਮਤਲਬ ਸਾਡੇ ਪੁਰਾਣੇ ਕੰਮਾਂ ਨਾਲ ਜੁੜਿਆ ਹੋਇਆ ਕੰਮ ਆ, ਮੈਨੂੰ ਤਾਂ ਇਹ ਲੱਗਦਾ। ਇਹਦੇ 'ਚ ਕੋਈ ਬਹੁਤਾ ਮੈਂ ਬਦਲਾਅ ਨਹੀਂ ਸਮਝਦਾ। ਜੀ ਜੀ। ਥੋੜ੍ਹੀ ਜਿਹੀ ਜ਼ਿੰਮੇਵਾਰੀ ਵੱਡੀ ਆ, ਹੈ ਨਾ, ਅਤੇ ਉਹ ਵੱਡੀ ਜ਼ਿੰਮੇਵਾਰੀ ਆ, ਅਤੇ ਪਰ ਉਨੀ ਸ਼ਿੱਦਤ ਨਾਲ ਆਪਾਂ ਜੁੜੇ ਹੋਏ ਹਾਂ, ਇਸ ਕਰਕੇ ਵਜਨ ਨਹੀਂ ਲੱਗ ਰਹੀ ਕਿਸੇ ਪੱਖੋਂ। ਅਤੇ ਫਿਰ ਤੁਸੀਂ ਅੱਗੇ ਯੋਜਨਾਵਾਂ ਜਾਂ ਪਲਾਨਸ ਕੀ ਸੋਚੇ ਨੇ ਵੀ ਆਉਣ ਵਾਲੇ ਦਿਨਾਂ 'ਚ?
ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਗੱਲ ਜਿਹੜੀ ਮੈਂ ਜ਼ਿਆਦਾ ਸੋਚੀ ਆ ਕਿ ਸਭ ਤੋਂ ਪਹਿਲਾਂ ਕਿ ਭਾਸ਼ਾ ਵਿਭਾਗ ਦਾ ਬਹੁਤ ਸਾਰਾ ਮਿਸਾਲੀ ਕੰਮ ਜੀ ਜਿਹੜਾ ਲੋਕਾਂ ਦੀ ਪਹੁੰਚ ਤੋਂ ਪਿੱਛੇ ਪਿਆ ਹੋਵੇ, ਮਤਲਬ ਪਰਦੇ ਦੇ ਉਹਲੇ ਪਿਆ, ਖਾਸ ਕਰਕੇ ਜਿਹੜੀ ਹੁਣ ਵਾਲੀ ਪੀੜ੍ਹੀ ਆ। ਜੀ ਮੈਂ ਤਾਂ ਇਹ ਵੀ ਕਹੂੰਗਾ ਜਿਹੜੀ ਪੀੜ੍ਹੀ ਨੂੰ ਆਪਾਂ ਸਾਰੇ ਮਤਲਬ ਸੰਬੰਧ ਆ ਸਾਡਾ, ਸੋ ਉਹ ਪੀੜ੍ਹੀ ਭਾਸ਼ਾ ਵਿਭਾਗ ਦੇ ਕੰਮਾਂ ਨਾਲੋਂ ਕਾਫੀ ਜ਼ਿਆਦਾ ਟੁੱਟੀ ਹੋਈ ਆ। ਸੋ ਪਹਿਲਾਂ ਤਾਂ ਜੋ ਹੋ ਚੁੱਕਿਆ ਕੰਮ ਉਹਦੇ ਨਾਲ ਘੱਟੋ ਘੱਟ ਸੰਪਰਕ ਆ ਜਿਹੜਾ ਬਣੇ ਜੀ। ਸੋ ਇੱਕ ਛੋਟੀ ਜਿਹੀ ਜਿਹੜੀ ਮੈਂ ਇਸੇ ਗੱਲ ਨਾਲ ਜੁੜੀ ਹੋਈ ਗੱਲ ਆ ਕਿ ਮੈਂ ਸੋਚਿਆ ਸੀ ਕਿ ਆਪਾਂ ਨਾ ਭਾਸ਼ਾ ਵਿਭਾਗ ਦੀਆਂ ਕੁਝ ਕਿਤਾਬਾਂ ਚੁਣ ਕੇ ਸਭ ਤੋਂ ਪਹਿਲਾ ਕੰਮ ਇਹੀ ਕਰਾਂ, ਇਹਦੇ ਰਿਵਿਊ ਆਪਾਂ ਆਪ ਕਰੀਏ ਜਾਂ ਆਪਣੇ ਕੁਝ ਸਾਥੀਆਂ ਤੋਂ ਲਿਖਣ ਪੜ੍ਹਨ ਵਾਲਿਆਂ ਤੋਂ ਰਿਵਿਊ ਕਰਾਈਏ ਕਿਤਾਬਾਂ ਦਾ। ਠੀਕ ਹੈ ਜੀ। ਜੋ ਰਿਵਿਊ ਹੋਣ ਅਤੇ ਉਹ ਪੰਜਾਬ ਦੇ ਸਾਲਿਆਂ 'ਚ ਪੰਜਾਬੀ ਦੇ ਅਖਬਾਰਾਂ ਦੇ ਵਿੱਚ ਛਪਣ ਘੱਟੋ ਘੱਟ। ਜੀ ਸੋ ਮੇਰਾ ਮਤਲਬ ਸਭ ਤੋਂ ਪਹਿਲਾਂ ਇਹੀ ਮੈਂ ਟੀਚਾ ਮਿੱਥ ਕੇ ਆਇਆ ਸੀ ਅਤੇ ਉਹਦੇ ਤਹਿਤ ਇੱਕ ਰਿਵਿਊ ਛੋਟਾ ਜਿਹਾ ਕਰਕੇ ਸੋਸ਼ਲ ਮੀਡੀਆ 'ਤੇ ਪਾਇਆ ਸੀ। ਉਹ ਤੋਂ ਬਾਅਦ ਉਹ ਪ੍ਰਾਈਮ ਉਹਦੇ ਵਾਲਿਆਂ ਨੇ ਪ੍ਰਾਈਮ ਉਹਦੇ ਅਖਬਾਰ ਵਾਲਿਆਂ ਨੇ ਛਾਪਿਆ ਵੀ ਜੀ। ਅਤੇ ਤੁਸੀਂ ਹੈਰਾਨ ਹੋਵੋਗੇ ਉਹ ਕਿਤਾਬ ਜਿਹੜੀ ਹੈਗੀ ਆ ਜੋਗੀ ਅੱਲਾ ਯਾਰ ਖਾਨ ਦੀ ਸ਼ਹੀਦਾਨ ਵਫਾ। ਜੀ ਜੀ ਮੈਂ ਉਹੀ ਪੜ੍ਹ ਰਹੀ ਸੀ ਆ ਕੇ। ਹਾਂ, ਉਹ ਕਿਤਾਬ ਦਾ ਰਵਨੀਤ ਦੇਖੋ ਵੀ ਰਿਸਪੌਂਸ ਦੀ ਗੱਲ ਆਪਾਂ ਕਰਦੇ ਹਾਂ, ਤਕਰੀਬਨ 3-3.5 ਦਿਨਾਂ ਦੇ ਵਿੱਚ 100 ਦੇ ਲਗਭਗ ਕਾਪੀ ਸਾਡੇ ਸਿਰਫ ਲੁਧਿਆਣੇ ਵਾਲੇ ਮਤਲਬ ਵਿਕਰੀ ਕੇਂਦਰ ਤੋਂ ਜਾ ਚੁੱਕੀ ਆ, ਵਿਕ ਚੁੱਕੀ ਆ। ਅਤੇ ਇਹ ਤੋਂ ਬਿਨਾਂ ਮਤਲਬ ਜਲਾਲਾਬਾਦ ਤੋਂ ਕੋਈ ਕਿਸੇ ਨੇ ਸਾਨੂੰ ਮੈਸੇਜ ਕਰਕੇ ਪੁੱਛਿਆ ਕਿ ਮੈਨੂੰ 20 ਕਾਪੀਆਂ ਚਾਹੀਦੀਆਂ ਨੇ, ਉਹਨਾਂ ਨੂੰ ਫਿਰ ਅਸੀਂ ਫਿਰੋਜ਼ਪੁਰ ਦਾ ਐਡਰੈਸ ਦਿੱਤਾ। ਇਸੇ ਤਰ੍ਹਾਂ ਮੋਹਾਲੀ ਦੇ ਨੇੜੇ ਕੋਈ ਪੁੱਛ ਰਿਹਾ ਸੀ, ਮਤਲਬ ਬਾਕੀ ਕੇਂਦਰਾਂ ਤੋਂ ਵੀ ਵਿਕੀਆਂ ਹੋਣੀਆਂ ਨੇ। ਜੀ ਜੀ ਜੀ। ਅਤੇ ਅੱਜ ਸਾਡੇ ਕੋਲ ਹੁਣ ਦਫ਼ਤਰ ਦੇ ਵਿੱਚ ਉਸ ਕਿਤਾਬ ਦੀ ਸਿਰਫ ਇੱਕ ਕਾਪੀ ਬਚੀ ਆ ਅਤੇ ਉਹ ਵੀ ਦਫ਼ਤਰ ਵਾਸਤੇ ਅਸੀਂ ਰੱਖੀ ਆ। ਕੱਲ੍ਹ ਜਾਂ ਸੋਮਵਾਰ ਅਸੀਂ ਇਸ ਕਿਤਾਬ ਦੀਆਂ 100-150 ਕਾਪੀਆਂ ਹੋਰ ਲੈ ਕੇ ਆਵਾਂਗੇ। 231 ਪੇਜਾਂ ਦੀ ਕਿਤਾਬ ਆ ਜੋਗੀ ਅੱਲਾ ਯਾਰ ਖਾਨ ਤਾਂ ਲਿਖਦਾ ਹੀ ਬੜਾ ਕਮਾਲ ਸੀ, ਹੈ ਨਾ। ਅਤੇ 231 ਪੰਨਿਆਂ ਦੀ ਕਿਤਾਬ 34 ਰੁਪਏ 50 ਪੈਸੇ ਦੀ ਕੀਮਤ ਆ। ਡਾਕਟਰ ਸੰਦੀਪ ਸ਼ਰਮਾ ਨੂੰ ਮਿਲ ਕੇ ਸੱਚਮੁੱਚ ਅਹਿਸਾਸ ਹੋਇਆ ਕਿ ਕਿਵੇਂ ਸਾਨੂੰ ਆਪਣੇ ਅਪਣੱਤ ਭਰੇ, ਖਲੂਸ ਭਰੇ, ਪੰਜਾਬੀਅਤ ਵਾਲੇ ਢੰਗ ਨਾਲ ਮਿਲਣਾ ਜੁਲਣਾ ਚਾਹੀਦਾ। ਸਾਹਿਤ ਨੂੰ ਵੀ ਇੱਦਾਂ ਹੀ ਮਿਲਦੇ ਰਹਿਣਾ ਚਾਹੀਦਾ, ਆਪਣੇ ਅੰਦਰ ਵਸਾਉਣ ਦੀ ਲੋੜ ਹੈ। ਨਹੀਂ ਤਾਂ ਬਕੌਲ ਸੰਦੀਪ ਸ਼ਰਮਾ ਲੋਕਾਂ ਦੀ ਥਾਂ ਨੇਮ ਪਲੇਟਾਂ ਨੂੰ ਮਿਲਦੇ ਵੱਡੇ ਵੱਡੇ ਦਾਇਰਿਆਂ ਵਾਲੇ ਗਲੋਬਲ ਪਿੰਡ ਦੇ ਵਾਸੀ। ਪਰ ਨਹੀਂ, ਅਸੀਂ ਉਹ ਨਹੀਂ ਹਾਂ। ਸਾਡੀ ਲਫ਼ਜ਼ਾਂ ਦੀ ਦੁਨੀਆ ਹੈ, ਜ਼ਿੰਦਾ ਆਬਾਦ ਰਹੇ ਤੇ ਜ਼ਿੰਦਾ ਆਬਾਦ ਰਹਿਣ ਇਹ ਲਫ਼ਜ਼ਾਂ ਦੇ ਕਾਸ਼ਤਕਾਰ। ਸ਼ੁਕਰੀਆ। ਕਵਿਤਾ ਹੈ ਪਿੰਡ ਨੂੰ ਜਾਂਦਾ ਰਾਹ। ਜੀ। ਪਿੰਡੋਂ ਜਾਂਦਿਆਂ ਤੰਗ ਕਰਨ ਟੁੱਟੀਆਂ ਸੜਕਾਂ ਦੇ ਟੋਏ, ਪਿੰਡ ਮੁੜਦਿਆਂ ਹੁਲਾਰੇ ਦੇ। ਬਿਲਕੁਲ। ਪਿੰਡੋਂ ਜਾਂਦਿਆਂ ਤੰਗ ਕਰਨ ਟੁੱਟੀਆਂ ਸੜਕਾਂ ਦੇ ਟੋਏ, ਪਿੰਡ ਜਾਂਦਿਆਂ ਹੁਲਾਰੇ ਦੇ। ਪਿੰਡੋਂ ਜਾਂਦਿਆਂ ਫਿਕਰ ਰਹੇ ਪਿੱਛੇ ਭੁੱਲ ਆਏ ਹਾਂ ਕੁਝ, ਪਿੰਡ ਮੁੜਦਿਆਂ ਬੇਫਿਕਰੀ ਸਾਰਾ ਕੁਝ ਬੋਝੇ 'ਚ ਹੈ। ਪਿੰਡੋਂ ਜਾਂਦਿਆਂ ਬੜਾ ਧਿਆਨ ਪਾਏ ਝੱਗੇ ਕੁੜਤੇ ਦਾ, ਪਿੰਡ ਮੁੜਦਿਆਂ ਸਭ ਸਹਿਜ। ਸ਼ੁਕਰ ਹੈ ਮੈਂ ਵਾਰ-ਵਾਰ ਪਿੰਡ ਮੁੜਾਉਂਦਾ। ਵਾਹ, ਬਹੁਤ ਖੂਬਸੂਰਤ। ਸੋ ਪਿੰਡ ਮੁੜਨਾ ਮੈਨੂੰ ਲੱਗਦਾ ਰਵਨੀਤ ਇਹ ਆਪਣੇ ਆਪ ਵੱਲ ਮੈਂ ਮੁੜਨਾ, ਅਤੇ ਮੈਨੂੰ ਲੱਗਦਾ ਜੇ ਅਸੀਂ ਕਦੇ ਆਪਣੇ ਆਪ ਵੱਲ ਨੂੰ ਮੁੜਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਸ਼ੁਕਰ ਮਨਾਉਣਾ ਚਾਹੀਦਾ। ਜੀ ਜੀ।